ਨਾਲ ਮੁਲਾਕਾਤ ਕੀਤੀ ਆ। ਇਹਨਾਂ ਦੀ ਮੰਗ ਆ ਕਿ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਉਹ ਨਾ ਕਰਵਾਈਆਂ ਜਾਣ। ਕਿਉਂ ਨਾ ਕਰਵਾਈਆਂ ਜਾਣ ਇਹ ਸਮਝਣ ਵਾਸਤੇ ਸਾਡੇ ਨਾਲ ਨੇ ਸਿਮਰਜੀਤ ਸਿੰਘ ਬੈਂਸ। ਬੈਂਸ ਸਾਹਿਬ, ਕਿਉਂ ਨਾ ਕਰਵਾਈਆਂ ਜਾਣ? ਕਿਸਾਨ ਅੰਦੋਲਨ ਜਿਹੜਾ ਅੱਜ ਕੱਲਾ ਪੰਜਾਬ ਜਾਂ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਨਹੀਂ, ਭਾਰਤ ਦੇ ਲੋਕਾਂ ਦਾ ਅੰਦੋਲਨ ਨਹੀਂ, ਪੂਰੀ ਦੁਨੀਆ 'ਚ ਵਸਦੇ ਨਿਆਂ ਪਸੰਦ ਲੋਕਾਂ ਦਾ ਅੰਦੋਲਨ ਬਣ ਚੁੱਕਿਆ ਹੈ। ਜਿਹੜਾ ਬੰਦਾ ਜਿਸਮਾਨੀ ਤੌਰ ਤੇ ਨਹੀਂ ਜਾ ਸਕਿਆ ਉਹ ਦਿਲ ਤੇ ਦਿਮਾਗ ਤੋਂ ਉਸ ਅੰਦੋਲਨ ਦਾ ਹਾਮੀ ਹਮੈਤੀ ਹੈ। ਪੰਜਾਬ ਦੇ ਕਿਸਾਨ ਨੇ ਦੇਸ਼ ਦੇ ਕਿਸਾਨ ਨੂੰ ਇੱਕ ਰਸਤਾ ਦਿਖਾਇਆ MSP ਦਾ। ਦੱਸਿਆ ਵੀ ਭਾਈ ਤੁਹਾਡੀ 1000 ਨੂੰ ਵਿਕਦੀ ਆ, ਸਾਡੀ 2000 ਨੂੰ ਵਿਕਦੀ ਆ। ਤੁਹਾਡਾ ਚਾਵਲ ਵਿਕਦਾ 900 ਨੂੰ ਤੇ ਸਾਡਾ 1800 ਨੂੰ ਵਿਕਦਾ। ਅੱਜ ਦੇਸ਼ ਦਾ ਕਿਸਾਨ ਇੱਕ ਪਲੇਟਫਾਰਮ ਤੇ ਲੈ ਕੇ ਆਂਦਾ ਹਰਿਆਣੇ ਤੇ ਪੰਜਾਬ ਦੇ ਕਿਸਾਨ ਨੇ। ਉਹ ਯਾਰ ਕਿਹੜੇ ਮੂੰਹ ਨਾਲ ਤੁਸੀਂ ਵੋਟਾਂ ਕਰਾਉਣ ਲੱਗੇ ਹੋ? ਤੁਸੀਂ ਤਾਂ ਸਭ ਤੋਂ ਵੱਡੇ ਹਮਦਰਦ ਬਣਦੇ ਸੀ, ਕਿਸਾਨ ਅੰਦੋਲਨ ਦੇ ਹਾਮੀ ਬਣਦੇ ਸੀ। ਜਿਹੜੀਆਂ ਪਾਰਟੀਆਂ ਇਸ ਚੋਣ ਪ੍ਰਕਿਰਿਆ ਦੇ ਵਿੱਚ ਭਾਗੀਦਾਰ ਬਣੀਆਂ ਫਿਰਦੀਆਂ, ਉਹਨਾਂ ਨੂੰ ਸਾਡੀ ਅਪੀਲ ਹੈਗੀ ਆ ਵੀ ਕਿਰਪਾ ਕਰੋ। ਕੈਪਟਨ ਸਾਹਿਬ ਨੂੰ ਅਸੀਂ ਮੰਗ ਪੱਤਰ ਭੇਜੇ ਡੀਸੀਆਂ ਦੇ ਥਰੂ, ਕੋਈ ਅਸਰ ਨਹੀਂ ਹੋਇਆ। ਅੱਜ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਕੋਲ ਆਇਆ ਵੀ ਕਮ ਸੇ ਕਮ ਤੂੰ ਹੀ ਭਾਈ ਆਪਣੀਆਂ ਅੱਖਾਂ ਖੋਲ੍ਹ ਲਾ। ਜੇ ਲੱਖਾਂ ਦੀ ਗਿਣਤੀ 'ਚ ਬਾਰਡਰ ਘੇਰੀ ਬੈਠੇ ਅੰਦੋਲਨਕਾਰੀ ਵੋਟ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਲਈ ਆਉਣਗੇ, ਫਿਰ ਅੰਦੋਲਨ ਕਮਜ਼ੋਰ ਆ। ਅੱਜ ਮੋਦੀ ਦੀ ਕੁਰਸੀ ਕੰਬਦੀ ਆ ਲੋਕਾਂ ਦੀ ਗਿਣਤੀ ਕਰਕੇ। ਜੇ ਗਿਣਤੀ ਘਟ ਗਈ ਤੇ ਕੁਰਸੀ ਨਹੀਂ ਕੰਬਣੀ, ਅੰਦੋਲਨ ਕਮਜ਼ੋਰ ਹੋਊਗਾ। ਤੇ ਜੇ ਉਹ ਲੋਕ ਵਾਪਸ ਪੰਜਾਬ ਆ ਜਾਂਦੇ ਆ ਵੋਟ ਪਾਉਣ ਲਈ, ਅੰਦੋਲਨ ਗਿਆ। ਤੇ ਜੇ ਨਹੀਂ ਆਉਂਦੇ ਤੇ ਲੋਕਤੰਤਰ ਦੀ ਜੜ, ਡੈਮੋਕ੍ਰੇਸੀ ਦੀ ਰੂਟ, ਲੋਕਲ ਬਾਡੀ ਦੀ ਵੋਟ, ਫਿਰ ਲੋਕਤੰਤਰ ਕਮਜ਼ੋਰ ਆ। ਇਹ ਗੱਲਾਂ ਦਾ ਇਹਨਾਂ ਨੂੰ ਨਹੀਂ ਪਤਾ। ਸੋ ਇਹ ਸਰਕਾਰ ਦੀ ਹੱਥ ਠੋਕਾ ਬਣੀ ਏਜੰਸੀ ਨੂੰ ਦੱਸਣ ਲਈ ਆਇਆ ਵੀ ਕਿਰਪਾ ਕਰਕੇ ਇਹ ਚੋਣਾਂ ਮੁਲਤਵੀ ਕਰਕੇ ਕਿਸਾਨ ਅੰਦੋਲਨ ਤੋਂ ਬਾਅਦ ਕਰਾ ਲਿਓ, ਜਮ ਕਰਾ ਲਿਓ। ਜਿਹਦੀ ਡਾਂਗ ਤੇ ਉਹਦੀ ਮੱਝ ਗੁੰਡਾਗਰਦੀ ਤਾਂ ਤੁਸੀਂ ਕਰਨੀ ਆ। ਲੋਕਲ ਬਾਡੀ ਦੇ ਵਿੱਚ ਜਿੱਤਣੇ ਦਾ ਭਾਈ ਬਾਦਲਾਂ ਤੋਂ 10 ਸਾਲ ਦਾ ਤੁਸੀਂ ਹਿਸਟਰੀ ਦੇਖ ਲਓ, ਜਿੱਤਣੇ ਤੁਹਾਡੇ ਕੋਈ ਨਹੀਂ। ਪਹਿਲਾਂ ਕਿਸਾਨ ਅੰਦੋਲਨ ਸਫਲ ਹੋ ਲੈਣ ਦਿਓ, ਇਹ ਗੁੰਡਾਗਰਦੀ ਦਾ ਨਾਚ ਫੇਰ ਕਰਾ ਲਿਓ। ਸਟੇਟ ਦਾ ਫੈਸਲਾ ਕਿ ਕੋਈ ਪਿੱਛੇ ਡੋਰ ਹੈ ਜੀ? ਮਹਿਸੂਸ ਹੁੰਦੀ ਹੈ ਇਹ ਗੱਲ। ਲਾਕਡਾਊਨ ਗਲੋਬਲ ਦੇਖੀਏ, ਕਈ ਕੰਟਰੀਆਂ ਨੇ ਬੜੇ ਸਖਤ ਦੁਬਾਰਾ ਤੋਂ ਲਾਕਡਾਊਨ ਲਾਤੇ ਕਰੋਨਾ ਕਰਕੇ। ਇੱਥੇ ਲਾਕਡਾਊਨ ਰਿਲੈਕਸੇਸ਼ਨ ਦੇ ਵਿੱਚ ਯੂਨੀਵਰਸਿਟੀ ਅਤੇ ਕਾਲਜ ਖੋਲ੍ਹ ਦਿੱਤੇ ਨੌਜਵਾਨਾਂ ਨੂੰ ਡਰਾਉਣ ਲਈ ਵੀ ਉੱਥੇ ਵੱਡੀ ਗਿਣਤੀ 'ਚ ਨੌਜਵਾਨ ਅੰਦੋਲਨ ਦੇ ਵਿੱਚ ਹਿੱਸਾ ਕਰ ਰਹੀ ਆ। ਉਹਨਾਂ ਨੂੰ ਵੀ ਭਾਈ ਤੁਹਾਡੇ ਲੈਕਚਰ ਸ਼ਾਰਟ ਹੋ ਜਾਣੇ, ਆ ਜਾਓ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਲਾਓ, ਕਲਾਸਾਂ ਆਪਣੀਆਂ ਕਰੋ ਅਟੈਂਡ, ਲੈਕਚਰ ਲਾਓ ਆਪਣੇ ਆਪ। ਇਹ ਸੀਕ੍ਰੇਟ ਮਹਿਸੂਸ ਹੋ ਰਿਹਾ। ਵੋਟਾਂ ਆ ਗਈਆਂ ਲੋਕਲ ਬਾਡੀ ਦੀਆਂ, ਸੀਕ੍ਰੇਟ ਰਸਤੇ ਹੈਗੇ ਆ ਕਿ ਅੰਦੋਲਨ ਨੂੰ ਕਮਜ਼ੋਰ ਕਿੱਦਾਂ ਕਰਨਾ। ਸੋ ਸਾਡੀ ਗੁਜ਼ਾਰਿਸ਼ ਹੈਗੀ ਆ ਫਿਰ ਸਟੇਟ ਗਵਰਨਮੈਂਟ ਨੂੰ, ਕਿਰਪਾ ਕਰੋ ਅੰਦੋਲਨ ਸਫਲ ਹੋ ਲੈਣ ਦਿਓ। 10-20 ਦਿਨ ਮਹੀਨੇ ਬਾਅਦ ਇਹ ਵੋਟਾਂ ਪਵਾ ਲਿਓ। ਇਹ ਵੋਟਾਂ ਕਿਤੇ ਨਹੀਂ ਚੱਲੀਆਂ, ਇੱਥੇ ਰਹਿਣੀਆਂ। ਸਾਡੇ ਵਾਸਤੇ ਆਰਥਿਕਤਾ ਸਾਡੀ ਖੇਤੀਬਾੜੀ ਹੈ। ਜੇ ਖੇਤੀਬਾੜੀ ਕਿਸਾਨ ਗਿਆ ਤੇ ਆਰਥਿਕਤਾ ਗਈ ਸਾਡੀ ਸਟੇਟ ਦੀ। ਫਿਰ ਸਰਕਾਰ ਕਾਹਦੇ ਨਾਲ ਚਲਾਉਣੀ ਆ ਤੁਸੀਂ ਜੇ ਆਰਥਿਕਤਾ ਹੀ ਟੁੱਟ ਗਈ ਤਾਂ? ਸੋ ਇਸ ਕਰਕੇ ਕਿਸਾਨ ਅੰਦੋਲਨ ਦੀ ਫਤਿਹ ਸਮਾਪਤੀ ਤੋਂ ਬਾਅਦ ਇਹ ਵੋਟਾਂ ਪਵਾਈਆਂ ਜਾਣ, ਇਹ ਅਸੀਂ ਮੰਗ ਲੈ ਕੇ ਆਏ ਹਾਂ। ਮਤਲਬ ਉੱਥੇ ਸਿਰਫ ਪੇਂਡੂ ਪੰਜਾਬ ਨਹੀਂ, ਸ਼ਹਿਰੀ ਪੰਜਾਬ ਵੀ ਗਿਆ ਗਾ। ਮੈਂ ਕਿਹਾ ਤੁਸੀਂ ਲੁਧਿਆਣੇ, ਮੈਂ ਤੁਹਾਨੂੰ ਦਿਖਾ ਦਿੰਦਾ ਉਹ ਲੋਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਕਣਕ ਬੀਜੀ ਦੀ ਕਿਵੇਂ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਗੰਨਾ ਬੀਜ ਕੇ ਗੁੜ ਕਿੱਦਾਂ ਬਣਦਾ, ਮਤਲਬ ਕਿ ਖੇਤੀ ਦੇ ਨਾਲ ਕੋਈ ਨਾਤਾ ਨਹੀਂਗਾ। ਉਹ ਯੂਥ ਬੱਸਾਂ ਭਰ ਕੇ ਅੰਦੋਲਨ ਦੇ ਅੰਦਰ ਇੱਕ ਤੀਰਥ ਯਾਤਰਾ ਕਰਨ ਦੇ ਸਮਾਨ ਅੱਜ ਅੰਦੋਲਨ ਦੇ ਵਿੱਚ ਹਿੱਸਾ ਲੈ ਰਿਹਾ। ਮੈਂ ਕਹਿੰਦਾ ਹੱਦ ਹੀ ਲੈ ਗਈ ਯਾਰ ਸਰਕਾਰ ਵਾਲੀ। ਕਮ ਸੇ ਕਮ ਪੰਜਾਬ ਤੋਂ ਉੱਠਿਆ ਅੰਦੋਲਨ, ਜਿਹਨੇ ਦੇਸ਼ ਦੇ ਕਿਸਾਨ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਂਦਾ, ਜਿਹਨੇ ਦੇਸ਼ ਦੇ ਕਿਸਾਨ ਨੂੰ ਦੱਸਿਆ ਵੀ MSP ਕੀ ਹੁੰਦੀ ਆ। ਅੱਜ ਉਸ ਸੂਬੇ ਤੋਂ ਉੱਠੇ ਹੋਏ ਅੰਦੋਲਨ ਵਾਲੀ ਸਰਕਾਰ ਵੋਟਾਂ ਦਾ ਢੋਲ ਗਲ 'ਚ ਪਾਉਣਾ ਸ਼ੁਰੂ ਕਰ ਲਵੇ। ਇਹ ਕੀ ਆ? ਇਹ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈਗੀ ਆ। ਸੋ ਅਸੀਂ ਫਿਰ ਅਪੀਲ ਤੇ ਬੇਨਤੀ ਕਰਦੇ ਹਾਂ ਵੀ ਵੋਟਾਂ ਕਿਸਾਨ ਅੰਦੋਲਨ ਕਿਰਪਾ ਕਰੇ। ਗੁਰੂ ਸਫਲਤਾ ਦੀ ਕਗਾਰ ਤੇ ਖੜਾ, ਮੋਦੀ ਦੀ ਕੁਰਸੀ ਹਿੱਲ ਰਹੀ ਆ। ਅੱਜ ਪੰਜਾਬ ਨਹੀਂ ਦੇਸ਼ ਦੇ ਅੰਦਰ BJP ਦੇ ਲੋਕ ਜੁੱਤੀ ਖੋਲੀ ਖੜੇ ਆ। ਸੋ ਸਾਡੀ ਸਨਿਮਰ ਬੇਨਤੀ ਆ, ਕਿਰਪਾ ਕਰੋ ਅੰਦੋਲਨ ਸਫਲ ਹੋ ਲੈਣ ਦਿਓ, ਵੋਟਾਂ ਫੇਰ ਪਾ ਲਿਓ। ਸਰਕਾਰ ਦੇ ਮੰਤਰੀ ਕਹਿ ਰਹੇ ਵਿਧਾਨਕ ਬੰਦਿਸ਼ ਹੈਗੀ ਹੈ ਜੀ, ਟਾਈਮ ਤੇ ਇਲੈਕਸ਼ਨ ਕਰਵਾਉਣੀ। ਇਹ ਦਿਖਾ ਦੇਣ ਵੀ ਕਿੱਥੇ ਬੰਦਿਸ਼ ਹੈਗੀ ਆ। ਬੰਦਿਸ਼ ਕਿਹੜੀ ਹੈਗੀ? ਜਦੋਂ ਕਰੋਨਾ ਆ ਗਿਆ ਤੇ ਸਾਰੀਆਂ ਬੰਦਿਸ਼ਾਂ ਟੁੱਟ ਗਈਆਂ। ਹੁਣ ਤੁਸੀਂ ਕਰੋਨਾ ਦੇ ਨਿਯਮ ਕਰਦੇ ਹੋ ਨਰਮ ਤੇ ਬੰਦਿਸ਼ਾਂ ਦੇ ਉੱਤੇ ਆ ਜਾਓ। ਇਹ ਇੱਕ ਛੜਯੰਤਰ ਹੈਗਾ। ਸੋ ਫਿਰ ਅਸੀਂ ਕਹਾਂਗੇ ਸਾਰੇ ਸਤਿਕਾਰਯੋਗ ਸਰਕਾਰ ਦੇ ਭਾਗੀਦਾਰਾਂ ਨੂੰ ਵੀ ਕਿਰਪਾ ਕਰੋ, ਇਹ ਅੰਦੋਲਨ ਨੂੰ ਸਫਲ ਹੋ ਲੈਣ ਦਿਓ, ਵੋਟਾਂ ਫਿਰ ਪਾ ਲਿਓ। ਛੜਯੰਤਰ 'ਚ ਮਤਲਬ ਸਾਰੇ ਮਿਲੇ ਹੋਏ ਜੀ। BJP ਦੇ ਇਸ਼ਾਰੇ ਦੇ ਉੱਤੇ ਕੰਮ ਕਰਨਾ ਅੱਜ ਮਹਿਸੂਸ ਹੋ ਰਿਹਾ। ਹੁਣ ਲਾਕਡਾਊਨ ਦੀਆਂ ਸ਼ਰਤਾਂ ਨਰਮ ਕਰਨੀਆਂ, ਹੁਣ ਕੀ ਉੱਤੇ ਡਿੱਗਣ ਲੱਗਿਆ ਸੀ 10-20 ਦਿਨ? ਜੇ ਸ਼ਰਤਾਂ ਨਾ ਨਰਮ ਕਰਦੇ ਕਾਲਜ ਯੂਨੀਵਰਸਿਟੀਆਂ ਜਿਵੇਂ ਪਹਿਲਾਂ 6-8 ਮਹੀਨੇ ਹੋ ਗਏ ਇਸੇ ਤਰੀਕੇ ਚੱਲੀ ਜਾਂਦਾ ਤਾਂ
ਕਿੱਡੀ ਕਿਤੇ ਕੋਈ ਆਫਤ ਆਉਣ ਲੱਗੀ ਸੀ। ਸੋ ਇਹਨਾਂ ਗੱਲਾਂ ਤੋਂ ਸਾਫ਼ ਤੇ ਸਪਸ਼ਟ ਆ ਕਿ ਸਰਕਾਰ ਚਾਹੁੰਦੀ ਹੈ ਕਿ ਅੰਦੋਲਨ ਬਿਨਾਂ ਕਿਸੇ ਪ੍ਰਾਪਤੀ ਤੋਂ ਸਮਾਪਤ ਹੋ ਕੇ ਘਰੇ ਆ ਜਾਏ, ਪਰ ਇਹ ਇਤਿਹਾਸਕ ਸੱਚਾਈ, ਪੱਥਰ ਤੇ ਲਿਖੀ ਹੋਈ ਸੱਚਾਈ ਆ ਕਿ ਅੰਦੋਲਨ ਸਫਲ ਹੋ ਕੇ ਵਾਪਸ ਆਏਗਾ। ਵੈਸੇ ਪਹਿਲਾਂ ਬੜੇ ਇਲਜ਼ਾਮ ਲੱਗੇ ਨੇ ਕਿ ਇਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਕਦੀ ਮਾਇਓਵਾਦੀ, ਕਦੀ ਚੀਨ ਆ ਪਿੱਛੇ, ਕਦੀ ਪਾਕਿਸਤਾਨ ਪਿੱਛੇ, ਕਦੀ ਖਾਲਿਸਤਾਨੀ ਪਿੱਛੇ। ਹੁਣ ਇਹ ਤੁਹਾਨੂੰ ਲੱਗਦਾ ਕਿ ਸਰਕਾਰਾਂ ਨੇ ਨਵਾਂ ਤਰੀਕਾ ਲੱਭ ਲਿਆ ਕਿ ਜਿਹੜਾ ਉੱਥੇ ਯੂਥ ਬੈਠਾ ਨੂੰ ਵਾਪਸ ਬੁਲਾ ਲਓ ਜੀ, ਕਾਲਜਾਂ ਯੂਨੀਵਰਸਿਟੀਆਂ ਦੇ ਬਹਾਨੇ ਨਾਲ। ਜਦੋਂ ਪੰਜਾਬ 'ਚ ਲੰਬਾ ਸਮਾਂ ਗਵਰਨਰ ਰਾਜ ਰਿਹਾ, ਉਦੋਂ ਇਹ ਕਾਨੂੰਨ ਕਿੱਥੇ ਸੀਗੇ? ਉਦੋਂ ਕਿਤੇ ਚੋਣ ਨਹੀਂ ਹੋਈ। ਇਸ ਕਰਕੇ ਇਹ ਸਾਰੇ ਬਹਾਨੇ ਸਰਕਾਰ ਦੇ ਇਸ਼ਾਰੇ ਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਆ ਸਾਰੇ ਸ਼ੜਯੰਤਰ ਰਚੇ ਜਾ ਰਹੇ ਆ। ਫਿਰ ਮੈਂ ਪੁੱਛਣਾ ਚਾਹੁੰਦਾ ਕਿ ਕੈਪਟਨ ਸਾਹਿਬ, ਤੁਸੀਂ ਇੱਕ ਦਿਨ ਐਸਾ ਵੀ ਆਇਆ ਸੀ ਜਦੋਂ ਤੁਸੀਂ ਇਹ 3 ਬਿੱਲ ਰੱਦ ਕਰਨ ਲਈ ਇੱਕ ਮਤਾ ਲੈ ਕੇ ਆਏ ਸੀ, ਤੇ ਅਸੀਂ ਉਸ ਮਤੇ ਦੀ ਪੁਰਜ਼ੋਰ ਪੰਜਾਬ ਨੇ, ਪੰਜਾਬੀਆਂ ਨੇ, ਅਸੀਂ ਵੀ ਹਮਾਇਤ ਕੀਤੀ। ਤੇ ਅੱਜ ਉਹ ਮਤਾ ਕਿੱਥੇ ਖੜਦਾ? ਜੇ ਤੁਸੀਂ ਚੋਣ ਅਨਾਉਂਸ ਕਰਦੇ ਹੋ ਤਾਂ ਮਤਲਬ ਤੁਸੀਂ ਉੱਥੋਂ ਜਿਹੜੇ ਵੋਟਰ ਸਪੋਰਟਰ ਗਏ ਹੋਏ ਆ ਉਹਨਾਂ ਨੂੰ ਵਾਪਸ ਬੁਲਾ ਕੇ ਸੈਂਟਰ ਸਰਕਾਰ ਦੀ ਹਮਾਇਤ ਕਰਨਾ ਚਾਹੁੰਦੇ ਹੋ, ਕਿਸਾਨ ਅੰਦੋਲਨ ਕਮਜ਼ੋਰ ਕਰਨਾ ਚਾਹੁੰਦੇ ਹੋ। ਆ ਕਦਾਚਿਤ ਪ੍ਰਵਾਨ ਨਹੀਂ ਹੋ ਸਕਦਾ। ਇਸ ਕਰਕੇ ਬੇਨਤੀ ਕਰਦੇ ਹਾਂ ਕਿ ਚੋਣ 10-20 ਦਿਨ ਅੱਗੇ ਪਿੱਛੇ ਹੋ ਸਕਦੀ ਹੈ, ਕੋਈ ਰੌਲਾ ਨਹੀਂ। ਜਾਂ ਤਾਂ ਬਹੁਤ ਜ਼ਰੂਰੀ ਹੋਏ ਨਾ, ਬਹੁਤ ਵੱਡਾ ਰੌਲਾ, ਸੰਵਿਧਾਨਕ ਰੌਲਾ ਪੈ ਸਕਦਾ, ਕੁਝ ਵੀ ਨਹੀਂ ਹੈਗਾ। ਇਹ ਤਾਂ ਐਵੇਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਕੇ ਇੱਕ ਚੋਰ ਮੋਰੀ ਲੱਭ ਕੇ ਉਧਰੋਂ ਦੀ ਸੈਂਟਰ ਸਰਕਾਰ ਦੀ ਹਮਾਇਤ ਕਰਨ ਦਾ ਯਤਨ ਕੀਤਾ ਜਾ ਰਿਹਾ, ਜਿਹੜਾ ਪੰਜਾਬੀ ਕਦਾਚਿਤ ਪ੍ਰਵਾਨ ਨਹੀਂ ਕਰਨਗੇ। ਵੱਖਰੀ ਗੱਲ, ਤੁਹਾਡੀ ਪਾਰਟੀ ਜ਼ੋਰ ਨਹੀਂ ਲਾ ਰਹੀ, ਕਿਉਂ ਨਹੀਂ ਲਾ ਰਹੀ ਤੁਸੀਂ ਜਾਣਦੇ, ਪਰ ਸਰਕਾਰ ਦਾ, ਅਕਾਲੀ ਦਲ ਦਾ, ਆਪ ਦਾ ਤੇ ਇਸ ਚੋਣਾਂ ਨੂੰ ਲੈ ਕੇ ਬਹੁਤ ਜ਼ੋਰ ਲੱਗ ਰਿਹਾ ਜੀ। ਉਹਨਾਂ ਦੀ ਹਮਾਇਤ ਆ। ਕੇਜਰੀਵਾਲ ਸਾਹਿਬ ਨੇ ਅੱਜ ਤੱਕ ਸੈਸ਼ਨ ਨਹੀਂ ਸੱਦਿਆ ਜਿਹਦੇ 'ਚ ਉਹਨਾਂ ਨੇ 3 ਬਿੱਲ ਰੱਦ ਕੀਤੇ ਹੋਣ। ਉਹਨਾਂ ਨੇ ਸੈਸ਼ਨ ਨਹੀਂ ਸੱਦਿਆ। ਸੁਖਵੀਰ ਸਿੰਘ ਦੀ ਵਾਈਫ ਹਰਸਿਮਰਤ ਕੌਰ ਸਾਈਨ ਕਰਕੇ ਆਈ ਹੈ, ਤੇ ਕੈਪਟਨ ਸਾਹਿਬ ਸਾਰਾ ਕੁਝ ਹੁਣ ਤਾਂ ਨੰਗਾ ਹੋ ਗਿਆ ਹੋਇਆ। ਇਸ ਕਰਕੇ ਤੁਸੀਂ ਬਹੁਤ ਵੱਡੇ ਚੈਨਲ ਨੂੰ ਚਲਾਉਂਦੇ ਹੋ, ਤੁਹਾਨੂੰ ਸਾਰਾ ਕੁਝ ਪਤਾ ਵੀ ਕਿਉਂ ਇਹ ਇਲੈਕਸ਼ਨ ਅਨਾਉਂਸ ਹੋਈ ਹੈ। ਕਿਸਾਨ ਅੰਦੋਲਨ ਨੂੰ ਸਿਰਫ ਤੇ ਸਿਰਫ ਕਮਜ਼ੋਰ ਕਰਨ ਵਾਸਤੇ ਇਹ ਇਲੈਕਸ਼ਨ ਅਨਾਉਂਸ ਹੋਈ ਹੈ। ਹੋਰ ਇਸ ਇਲੈਕਸ਼ਨ ਦਾ ਕੋਈ ਬਹੁਤਾ ਵੱਡਾ ਮਕਸਦ ਤੇ ਮਨੋਰਥ ਨਹੀਂ ਰਹਿ ਜਾਂਦਾ। ਤੁਸੀਂ ਮਹਿਸੂਸ ਕਰਦੇ ਕਿ ਸਰਕਾਰ ਸ਼ਾਇਦ ਇਹਨਾਂ ਚੋਣਾਂ ਨੂੰ ਸੈਮੀਫਾਈਨਲ ਦੇ ਤੌਰ ਤੇ ਦੇਖ ਰਹੇ ਹੋ? ਨਹੀਂ, ਇਹ ਚੋਣਾਂ ਜਿਹੜੀਆਂ ਹੁੰਦੀਆਂ ਸੈਮੀਫਾਈਨਲ, ਲੋਕ ਕਹਿੰਦੇ ਸੀ ਵੀ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਦਿੱਲੀ ਦੇ ਲੋਕ ਕਹਿੰਦੇ ਸੀ ਵੀ ਸੈਮੀਫਾਈਨਲ ਹੈ, ਉਦੋਂ ਬਾਅਦ ਵਿਧਾਨ ਸਭਾ ਆਊਗੀ। ਤੇ ਜਦੋਂ ਵਿਧਾਨ ਸਭਾ ਆਉਂਦੀ ਆ ਭਾਰਤੀ ਜਨਤਾ ਪਾਰਟੀ ਨੂੰ 1 ਸੀਟ ਵੀ ਨਹੀਂ ਮਿਲਦੀ। ਜਦੋਂ ਪਾਰਲੀਮੈਂਟ ਆਉਂਦੀ ਉਦੋਂ ਉਹ ਸਾਰੀ ਦਿੱਲੀ 'ਚ ਜਿੱਤ ਜਾਂਦੇ। ਇਹ ਜਿਹੜੀਆਂ ਚੋਣਾਂ ਨੇ ਇਹ ਮਤਲਬ ਨਹੀਂ ਇੱਦਾਂ ਜਿੱਦਾਂ ਤੁਸੀਂ ਸੋਚਦੇ ਆ ਜਾਂ ਇਹ ਕਹਿ ਰਹੇ ਆ, ਉਹ ਇੱਕ ਲੋਕਾਂ ਨੂੰ ਧੋਖਾ 'ਚ ਰੱਖ ਕੇ ਲੋਕਾਂ ਨੂੰ ਪੁੱਠੇ ਰਸਤੇ ਤੋਰਨਾ ਚਾਹੁੰਦੇ ਆ। ਪਰ ਪੰਜਾਬੀ ਯੂਨੀਵਰਸਿਟੀਆਂ ਖੁੱਲ੍ਹ ਗਈਆਂ। ਯੂਨੀਵਰਸਿਟੀਆਂ, ਯੂਰਪ ਤਾਂ ਸਾਰਾ ਲੋਕਡਾਊਨ ਦੁਬਾਰਾ ਹੋ ਗਿਆ। ਉਦੋਂ ਤਾਂ ਤੁਸੀਂ ਕਹਿੰਦੇ ਸੀ ਥਾਲੀਆਂ ਖੜਕਾਓ, ਚਮਚੇ ਖੜਕਾਓ, ਉਹ ਕਹਿੰਦੇ ਸੀ ਮੋਮਬੱਤੀਆਂ ਜਗਾਓ। ਅੱਜ ਤੁਸੀਂ ਕਹਿੰਦੇ ਯੂਨੀਵਰਸਿਟੀਆਂ ਪੜ੍ਹਨ ਜਾਓ। ਅੱਜ ਕਿੱਥੇ ਖੜਾ ਭਾਰਤ? ਕਿੱਥੇ ਖੜੇ ਆ ਪ੍ਰਧਾਨ ਮੰਤਰੀ ਸਾਹਿਬ? ਇਹ ਸਾਰਾ ਕੁਝ ਲੋਕਾਂ ਦੇ ਮਨੋਬਲ ਨੂੰ ਤੋੜਨ ਵਾਸਤੇ। ਪਹਿਲਾਂ ਕੱਲਾ ਪੰਜਾਬ ਤੇ ਹਰਿਆਣਾ ਗਿਆ ਸੀ, ਕਹਿੰਦੇ ਸੀ ਪੰਜਾਬ ਤੇ ਹਰਿਆਣੇ ਦੀ ਮੂਵਮੈਂਟ ਇਹ ਅੰਦੋਲਨ। ਹੁਣ ਦੇਸ਼ ਦਾ ਕਿਸਾਨ ਉੱਠ ਖੜਾ ਹੋਇਆ। ਹੁਣ ਪ੍ਰਧਾਨ ਮੰਤਰੀ ਸਾਹਿਬ ਕੋਲੇ ਕੋਈ ਜਵਾਬ ਨਹੀਂ। ਕਦੇ ਸਾਨੂੰ ਕਹਿੰਦੇ ਸੀ ਨਾ, ਹੁਣ ਤਾਂ ਉੱਥੇ ਤੇ ਨੌਜਵਾਨ ਤਬਕਾ, ਲੜਕੀਆਂ ਬੋਲਦੀਆਂ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੜਕੀਆਂ ਬੋਲਦੀਆਂ ਕਿ ਇਹਨਾਂ ਨੂੰ ਖਾਲਿਸਤਾਨੀ ਕਹਿ ਕੇ, ਇਹਨਾਂ ਨੂੰ ਆਜ਼ਾਦੀ ਘੁਲਾਟੀਏ ਕਹਿ ਕੇ, ਇਹਨਾਂ ਨੂੰ ਬਹੁਤ ਕੁਝ ਸਾਡੇ 'ਤੇ ਇਲਜ਼ਾਮ ਲਾਏ ਉਹਨਾਂ ਨੇ। ਪਰ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਅੰਦੋਲਨ ਨੇ ਸਿੱਖਾਂ ਦੀ ਛਵੀ ਨੂੰ, ਪੰਜਾਬੀਆਂ ਦੀ ਛਵੀ ਨੂੰ ਹੋਰ ਉੱਚਾ ਕੀਤਾ ਹੈ। ਦੇਸ਼ ਦਾ ਨਾਗਰਿਕ ਇਹ ਗੱਲ ਸਮਝਣ ਲੱਗ ਗਿਆ ਕਿ ਪੰਜਾਬੀ ਦੇਸ਼ ਪ੍ਰੇਮੀ ਲੋਕ ਆ, ਤੇ ਦੇਸ਼ ਦੇ ਕਿਸਾਨ, ਸਾਰਾ ਦੇਸ਼ ਹੀ ਸਾਡਾ ਐਗਰੀਕਲਚਰ ਬੇਸਡ ਆ। ਤੇ ਦੇਸ਼ ਦੇ ਲੋਕ, ਚਾਹੇ ਉਹ ਦੁਕਾਨਦਾਰ ਆ, ਉਹ ਹਮਾਇਤ ਕਿਉਂ ਕਰਦਾ? ਉਹਨੂੰ ਪਤਾ ਵੀ ਜੇ ਕਿਸਾਨ ਦੇ ਘਰ ਦਾਣੇ ਆਏ ਤਾਂ ਮੇਰਾ ਸਾਈਕਲ ਵਿਕਣਾ। ਉਹਨੂੰ ਇਸ ਗੱਲ ਦਾ ਗਿਆਨ ਆ ਕਿ ਜੇ ਜ਼ਿਮੀਂਦਾਰ ਦੇ ਘਰ ਝੋਨਾ ਚੰਗਾ ਵਿਕਿਆ ਤਾਂ ਮੇਰਾ ਕੱਪੜਾ ਤੇ ਗਹਿਣੇ ਵਿਕਣੇ ਆ। ਇਸ ਕਰਕੇ ਕੁੱਲ ਦੇਸ਼ ਦਾ ਹਰੇਕ ਨਾਗਰਿਕ ਜਿਹੜਾ ਥੋੜੀ ਜਿਹੀ ਵੀ ਸਮਝ ਰੱਖਦਾ, ਉਹ ਕਿਸਾਨ ਅੰਦੋਲਨ ਦੀ ਹਮਾਇਤ ਕਰਦਾ। ਤੇ ਮੈਂ ਵੀ ਕਹਿਣਾ ਚਾਹੁੰਦਾ ਕਿ ਸੀਐਮ ਸਾਹਿਬ, ਆਹ ਇਲੈਕਸ਼ਨ 10 ਦਿਨ ਬਾਅਦ ਕਰਾ ਲਿਓ। ਜਦੋਂ ਕਿਸਾਨ ਅੰਦੋਲਨ ਆਪਾਂ ਫਤਿਹ ਕਰਕੇ ਆਵਾਂਗੇ, ਇਹਦਾ ਸਿਹਰਾ ਵੀ ਪੰਜਾਬ ਦੇ ਸਿਰ ਆਉਣਾ ਹੈ। ਇਸੇ ਕਰਕੇ ਹੀ ਪੰਜਾਬ 'ਚ ਅਨਾਉਂਸ ਕੀਤਾ ਯੂਨੀਵਰਸਿਟੀਆਂ ਖੋਲ੍ਹ ਦਿਓ, ਚੋਣਾਂ ਕਰਾ ਦਿਓ। ਹੁਣ ਕਰੋਨੇ ਦਾ ਕੋਈ ਖਤਰਾ ਨਹੀਂ। ਹੁਣ ਚਾਹੇ ਤੁਸੀਂ ਮਾਸਕ ਵੀ ਨਾ ਲਾਓ, ਹੁਣ ਕੋਈ ਰੌਲਾ ਨਹੀਂ। ਪਰ ਨਹੀਂ, ਇਹ ਤੁਸੀਂ ਪਾਉਨੇ ਹੋ ਪਰ ਗਲ ਵਿੱਚ ਸਾਹ ਨੱਕ ਰਾਹੀਂ ਆਉਣਾ। ਤੁਹਾਡਾ ਜਿਹੜਾ ਮਾਸਕ ਆ ਉਹ ਇਸ ਗੱਲ ਦਾ ਪ੍ਰਤੀਕ ਆ ਵੀ ਤੁਹਾਨੂੰ ਕਰੋਨੇ ਦਾ ਖਤਰਾ ਨਹੀਂ, ਤੁਹਾਨੂੰ ਸਿਰਫ ਇੱਕ ਫਾਰਮੈਲਿਟੀ ਰਹਿ ਗਈ ਇਹ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਚੋਣਾਂ ਕੁਝ ਦਿਨ ਲਈ ਮੁਲਤਵੀ ਕੀਤੀਆਂ ਜਾਣ। ਕਿ ਬੀਜੇਪੀ ਦੀਆਂ ਕੁਰਸੀ ਹਿੱਲ ਗਈ ਆ, ਪਰ ਕਹਿੰਦੇ ਸਾਡੀਆਂ ਤੇ ਜੜ੍ਹਾਂ ਬਹੁਤ ਡੂੰਘੀਆਂ ਜੀ। EVM ਪਰੇ ਕਰ ਦਿਓ, ਫਿਰ ਜੜ੍ਹਾਂ ਦਾ ਪਤਾ ਲੱਗ ਜੂਗਾ।
ਈਵੀਐਮ ਪਰੇ ਕਰਕੇ ਬੈਲਟ ਪੇਪਰ ਤੇ ਆ ਜਾਓ ਨਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ, ਪਤਾ ਲੱਗ ਜੂ ਵੀ ਪੱਟਾਂ 'ਚ ਜ਼ੋਰ ਕਿੰਨਾ ਗਿਆ ਬੀਜੇਪੀ ਦੇ। ਇਹ ਜਿੱਦਾਂ ਕਿਸਾਨ ਅੰਦੋਲਨ ਹੋਇਆ ਨਾ, ਇਸੇ ਤਰੀਕੇ ਈਵੀਐਮ ਹਟਾਓ ਅੰਦੋਲਨ ਕਰਨਾ ਪੈਣਾ ਦੇਸ਼ ਵਾਸੀਆਂ ਨੂੰ। ਦੋਸਤ ਨੋਟ ਕਰ ਲਿਓ ਮੇਰੀ ਗੱਲ ਤੁਸੀਂ, ਅਸੀਂ ਕਿੱਡੇ ਕੁ ਡਿਵੈਲਪ ਹੈਗੇ ਆ, ਅਸੀਂ ਕਿੱਡੇ ਕੁ ਟੈਕਨੀਕ ਦੇ ਵਿੱਚ ਉੱਤੇ ਆ। ਕੈਨੇਡਾ ਅਮਰੀਕਾ ਵਰਗੇ ਜਿਹੜੇ ਵਿਕਸਿਤ ਮੁਲਕ ਆ, ਉਹ ਬੈਲਟ ਪੇਪਰ ਤੇ ਵੋਟਾਂ ਪਾਉਂਦੇ ਆ। ਤੇ ਇਹਨਾਂ ਨੇ ਕਾਰਡ ਕੱਢ ਲਈ, ਮੋਦੀ ਐਂਡ ਕੰਪਨੀ ਨੇ ਕਾਰਡ ਕੱਢ ਲਈ। ਪਤਾ ਨਹੀਂ ਕਿਹੜੀ ਕਮਜ਼ੋਰੀ ਤੇ ਮਜਬੂਰੀ ਕਾਂਗਰਸ ਰਾਹੁਲ ਗਾਂਧੀ ਐਂਡ ਕੰਪਨੀ ਦੀ ਆ, ਉਹ ਕਿਉਂ ਨਹੀਂ ਈਵੀਐਮ ਦੇ ਉੱਤੇ ਬੋਲਦੇ? ਕਿਹੜੀ ਸੰਧੀ ਤੇ ਸੈਟਿੰਗ ਹੈਗੀ ਆ? ਈਵੀਐਮ ਜਿਹਦੇ ਲੋਕਾਂ ਨੇ, ਟੈਕਨੋਕ੍ਰੇਟਸ ਨੇ ਐਕਸਪੋਜ਼ਰ ਕੀਤੇ, ਦਿਖਾਇਆ ਲੋਕਾਂ ਨੂੰ ਵੀ ਕਿਵੇਂ ਹੈਕ ਹੋ ਸਕਦੀ ਹੈ। ਇਹਨਾਂ ਦੇ ਪੱਟਾਂ ਦਾ ਜ਼ੋਰ ਪਤਾ ਲੱਗ ਜੂਗਾ ਜਿੱਦਣ ਈਵੀਐਮ ਤੇ ਵੋਟਾਂ ਪਵਾ ਕੇ ਲੋਕਾਂ ਦੀ ਕਚਹਿਰੀ 'ਚ ਆਉਣਗੇ। ਇਹ ਵੀ ਪੰਜਾਬ ਤੋਂ ਜੰਗ ਸ਼ੁਰੂ ਹੋ ਗਈ, ਜਦੋਂ ਕਿਸਾਨੀ ਘੋਲ ਜਿੱਤਿਆ ਗਿਆ ਤੇ ਫਿਰ ਲੜਾਈ ਪੰਜਾਬ ਹੀ ਸ਼ੁਰੂ ਕਰੂਗੇ। 101%। ਮੈਂ ਅੱਜ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਚਾਹੁੰਦਾ, 1984 ਤੋਂ ਬਾਅਦ ਸਿੱਖ ਥੋੜ੍ਹਾ ਜਿਹਾ ਅਲੱਗ ਸੀਗਾ ਦੇਸ਼ ਸਾਰੀਆਂ ਸਟੇਟਾਂ ਦੇ ਲੋਕਾਂ ਤੋਂ। ਭਗਵਾਨ ਕੁਦਰਤ ਐਸੀ ਮਿਹਰਬਾਨ ਹੋਈ ਇਸ ਅੰਦੋਲਨ ਦੇ ਜ਼ਰੀਏ, ਜਿਹੜਾ ਅਲੱਗ ਥਲੱਗ ਵਾਲਾ ਇਹਨਾਂ ਰਾਜਨੀਤਿਕ ਲੂੰਬੜਾਂ ਨੇ ਕੀਤਾ ਸੀਗਾ ਕੰਮ, ਉਹ ਖਤਮ ਹੋ ਗਿਆ। ਅੱਜ ਪੰਜਾਬ ਦਾ ਸਿੱਖ ਪੰਜਾਬੀ ਸਭ ਤੋਂ ਵੱਡੇ ਦੇਸ਼ ਭਗਤ ਦੇ ਰੂਪ ਦੇ ਵਿੱਚ ਸਾਹਮਣੇ ਆਇਆ। ਸਾਡੀਆਂ ਦੂਰੀਆਂ ਖਤਮ ਹੋ ਗਈਆਂ, ਲਕੀਰਾਂ ਪਾਈਆਂ ਹੋਈਆਂ ਰਾਜਨੀਤਿਕ ਲੀਡਰਾਂ ਦੀਆਂ ਲੋਕਾਂ ਨੇ ਮਿਟਾ ਦਿੱਤੀਆਂ। ਇਹ ਦੇਸ਼, ਮੈਂ ਇਹ ਵੀ ਕਹੂੰਗਾ ਕਿ ਵੰਡਿਆ ਗਿਆ 1947 ਦੇ ਵਿੱਚ, ਮੁਸਲਮਾਨ ਭਰਾਵਾਂ ਨੇ ਆਪਣਾ ਦੇਸ਼ ਲੈ ਲਿਆ, ਅਸੀਂ ਦੇਸ਼ ਨਹੀਂ ਲਿਆ। ਜਿੰਨਾ ਮੋਦੀ ਐਂਡ ਕੰਪਨੀ ਦਾ ਇਸ ਦੇਸ਼ ਦੇ ਉੱਤੇ ਹੱਕ ਹੈ, ਉਹਨਾਂ ਸਾਡਾ ਵੀ ਹੱਕ ਹੈ ਇਸ ਦੇਸ਼ ਦੇ ਉੱਤੇ। ਇਹ ਬੇਮਿਆਂ ਦੇ ਭੁਲੇਖੇ ਰੂਮ ਬੈਠੇ, ਹੁਣ ਤਾਂ ਹੀ ਬੀਜੇਪੀ ਵਾਲੇ ਥੂ ਥੂ ਕਰਦੇ ਫਿਰਦੇ ਆ। ਇਹ ਅੰਦੋਲਨ ਦੋਸਤ ਗੁਰੂ ਕਿਰਪਾ ਕਰੇ ਬਹੁਤ ਛੇਤੀ ਸਫਲ ਹੋ ਕੇ ਆਊਗਾ। ਫਿਰ ਬੇਨਤੀ ਆ, ਚੋਣਾਂ ਮੁਲਤਵੀ ਕਰ ਦਿਓ, ਵੋਟਾਂ ਪਾਇਓ ਅੰਦੋਲਨ ਦੀ ਸਮਾਪਤੀ ਤੋਂ ਬਾਅਦ। ਪਾਰਟੀ ਜਿਨ੍ਹਾਂ ਨੇ ਅੱਜ ਸੂਬਾ ਚੋਣ ਕਮਿਸ਼ਨ ਨੂੰ ਮਿਲ ਕੇ ਮੰਗ ਕੀਤੀ ਹੈਗੀ ਕਿ ਚੋਣਾਂ ਤੁਰੰਤ ਰੱਦ ਕਰਵਾਈਆਂ ਜਾਣ, ਕਿਉਂਕਿ ਇਹਨਾਂ ਦਾ ਇਲਜ਼ਾਮ ਹੈ ਕਿ ਜਿਸ ਤਰ੍ਹਾਂ ਪਹਿਲਾਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਦੇ ਯਤਨ, ਹੁਣ ਉਸ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਯੂਨੀਵਰਸਿਟੀ ਕਾਲਜ ਖੋਲ੍ਹੇ ਜਾ ਰਹੇ ਨੇ। ਕੈਮਰਾਮੈਨ ਦੀਪ ਸਿੰਘ ਦਾ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।